मोदी दी जिंदगी मुर्दाबाद 2 मिनट रद्द करो 2 मिनट भाई 2 मिनट मलिक का विरोध किया जा रहा है तो किसान आगू तो वो कैसे है जी वो इतने आया अपना उद्घाटन करके उद्घाटन करके बिल्कुल तस्वीर कमेटी जिंदाबाद किसान मजदूर कमेटी जिंदाबाद मोदी सरकार मुर्दाबाद अडानी बानी मुर्दाबाद बीजेपी मुर्दाबाद वो खाना ही हाथ में सुखजिंदर सिंह ਅੱਜ ਜਿਹੜਾ ਵਿਰੋਧ ਕੀਤਾ ਗਿਆ ਅਸੀਂ ਜੀ ਸਾਡਾ ਵਿਰੋਧ ਇਹਨਾਂ ਨਾਲ ਇਹੋ ਹੀ ਆ ਵੀ ਸਾਡੀ ਜਿਹੜਾ ਵੀ ਤਿੰਨੇ ਕਾਲੇ ਕਾਨੂੰਨ ਨੇ ਉਹ ਰੱਦ ਕਰਨ ਤੇ ਸਾਡਾ ਇਹਨਾਂ ਨਾਲ ਕੋਈ ਵਿਰੋਧ ਨਹੀਂ। ਸਾਡਾ ਵਿਰੋਧ ਤੇ ਸਿਰਫ ਇਹੋ ਹੀ ਆ ਵੀ ਸਾਡੇ ਜਿੰਨਾ ਕਾਲੇ ਕਾਨੂੰਨ ਰੱਦ ਨਹੀਂ ਕਰਦੇ ਉਹਨਾਂ ਚਿਰ ਅਸੀਂ ਜਿੰਨੇ ਵੀ ਬੀਜੇਪੀ ਦੇ ਲੀਡਰ ਹਾਂਜੀ ਅਸੀਂ ਰਣਜੀਤ ਐਵਨਿਊ ਪਾਸਪੋਰਟ ਦਫ਼ਤਰ ਪਹੁੰਚ ਕੇ ਜੀ ਇਹਨਾਂ ਦਾ ਪੂਰਾ ਵਿਰੋਧ ਕਰ ਰਹੇ ਹਾਂ ਤੇ ਬਾਕੀ ਗੱਡੀਆਂ ਨੂੰ ਭਜਾ ਗਿਆ ਜੀ ਨਹੀਂ ਜੀ ਬਿਲਕੁਲ ਨਹੀਂ ਗੱਡੀ ਨੂੰ ਕੋਈ ਨਹੀਂ। ਅਸੀਂ ਤੇ ਅੱਗੇ ਹੋ ਕੇ ਮਾੜਾ ਰੋਸ ਹੀ ਉਹਨਾਂ ਨਾਲ ਯਾਰ ਕਰਨਾ ਹੈ। ਸਾਡਾ ਉਹਨਾਂ ਨਾਲ ਕੋਈ ਜਾਤੀ ਦੁਸ਼ਮਣੀ ਥੋੜ੍ਹੀ ਹੈ। ਸਾਡਾ ਤੇ ਇੱਕ ਇਹ ਆ ਵੀ ਸਾਡੇ ਆਵਾਜ਼ ਪਹੁੰਚਾਉਣ ਉਹ ਪੰਜਾਬ ਦੇ ਲੀਡਰ ਹੋਣ ਕਰਕੇ ਉਹਨਾਂ ਦੀ ਦਿੱਲੀ ਸੁਣੀ ਦੀ ਆ ਉਹ ਆਪਣੀ ਆਵਾਜ਼ ਪਹੁੰਚਾਉਣ। ਕਿਸਾਨ ਆਪਣੇ ਹੱਕਾਂ ਲਈ ਆਪਣੀ ਜਾਨਾਂ ਵੀ ਗਵਾ ਚੁੱਕੇ। ਦੇਖੋ ਜੀ ਇਹ ਬੀਜੇਪੀ ਨੇ ਇੰਨੀ ਵਾਰ ਸੰਸਦ 'ਚ ਹੋਇਆ ਹਰ ਥਾਂ ਹੀ ਪ੍ਰੋਗਰਾਮ ਇਹਨਾਂ ਦਾ ਚੱਲਦਾ। ਬੀਜੇਪੀ ਦੇ ਕਿਸੇ ਵੀ ਲੀਡਰ ਨੇ ਜਿਹੜੇ ਵੀ ਸਾਡੇ ਕਿਸਾਨ ਵੀਰ ਅੱਜ ਤੱਕ 250 ਦੇ ਕਰੀਬ ਸ਼ਹਾਦਤਾਂ ਦੇ ਚੁੱਕੇ ਨੇ ਉਹਨਾਂ ਵਾਸਤੇ ਇੱਕ ਵੀ ਸ਼ਬਦ ਨਹੀਂ ਬੋਲਿਆ ਜਾਂ ਮਾੜੀ ਹੋਈ ਜਾਂ ਕੋਈ ਵੀ ਗੱਲ। ਪਰ ਇਹ ਆ ਵੀ ਅਸੀਂ ਇਹਨਾਂ ਦਾ ਜਿਹੜਾ ਵਾ ਸ਼ਾਂਤਮਈ ਤਰੀਕੇ ਨਾਲ ਪੂਰਾ ਜ਼ੋਰ ਇਹਨਾਂ ਦਾ ਵਿਰੋਧ ਕਰਦੇ ਰਹਾਂਗੇ ਜਿੰਨਾ ਚਿਰ ਸਾਡੇ ਕਾਲੇ ਕਾਨੂੰਨ ਰੱਦ ਨਹੀਂ ਕਰਦੇ। ਦੇਖੋ ਜੀ ਇਹ ਤਾਂ ਹੁਣ ਉਹਨਾਂ ਦੀ ਸੋਚ ਆ ਨਾ ਉਹਨਾਂ ਨੇ ਕੀ ਕਹਿਣਾ ਤੇ ਕੀ ਮਿਲਣਾ ਜਾਂ ਨਹੀਂ ਮਿਲਣਾ ਉਹ ਤਾਂ ਉਹਨਾਂ ਦੀ ਮਰਜ਼ੀ ਆ। ਅਸੀਂ ਤਾਂ ਸ਼ਾਂਤਮਈ ਪ੍ਰੋਟੈਸਟ ਕਰਦੇ ਹਾਂ ਸ਼ਾਂਤਮਈ ਰਹਾਂਗੇ ਤੇ ਸ਼ਾਂਤਮਈ ਰਹਿ ਕੇ ਹੀ ਆਪਣੀ ਲੜਾਈ ਲੜਾਂਗੇ। वेलकम सर। सर इधर आ जाओ सर इधर टर्न करना टर्न कर लो सर। वो भाजी हाथ पीछे करो। दियो सर बुक्का दियो सर नहीं उन्होंने क्या ਤੁਹਾਨੂੰ ਕਿਹਾ ਹੀ ਨਹੀਂ।
ठीक है सर। वेलकम सर। ਮੇਰਾ ਜੀ ਸਕੱਤਰ ਸਿੰਘ ਕੋਟਲਾ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ। ਅਸੀਂ ਜੀ ਸਾਨੂੰ ਪਤਾ ਲੱਗਾ ਸੀ ਅੱਜ ਪਾਸਪੋਰਟ ਦਫ਼ਤਰ ਸਵੇਤ ਮਲਕ ਜੀ ਆ ਰਹੇ ਆ ਉਦਘਾਟਨ ਕਰਨ, ਤੇ ਅਸੀਂ ਉਹਨਾਂ ਦਾ ਇੱਕ ਸ਼ਾਂਤਮਈ ਵਿਰੋਧ ਕਰਨ ਆਏ ਆ। ਕਾਲੇ ਕਾਨੂੰਨਾਂ ਕਰਕੇ ਆਏ ਆ, ਕਿਉਂਕਿ ਕਾਲੇ ਕਾਨੂੰਨ ਜਿਹੜੇ ਮੌਤ ਦੇ ਵਾਰੰਟ ਆ, ਜੇ ਕਾਨੂੰਨ ਲਾਗੂ ਹੋ ਗਏ ਤੇ ਪੰਜਾਬ ਦਾ ਕਿਸਾਨ ਤੇ ਜਾਣਾ ਹੀ ਜਾਣਾ, ਨਾਲ ਜੋ ਰੇੜੀ ਫੜੀ ਵਾਲਾ ਦੁਕਾਨਦਾਰ ਵੀ ਮਰ ਜਾਣਾ। ਕਿਉਂਕਿ ਤੁਸੀਂ ਅੱਜ ਵੇਖ ਲਓ ਡੀਜ਼ਲ ਦਾ ਤੇਲ ਕਿੱਥੇ ਚਲੇ ਗਿਆ। ਜਦੋਂ ਅੰਤਰਰਾਸ਼ਟਰੀ ਮਾਰਕੀਟ ਦੇ ਵਿੱਚ ਤੇਲ 140 ਰੁਪਏ ਡਾਲਰ ਸੀ, ਉਦੋਂ ਡੀਜ਼ਲ 40 ਰੁਪਏ ਸੀ, ਤੇ ਅੱਜ 70 ਰੁਪਏ ਬੈਰਲ ਦਾ ਤੇਲ $1 ਦਾ ਆ ਰਿਹਾ। ਤੇ ਅੱਜ ਜਿਹੜਾ ਤੇਲ ਆ ਉਹ 85 ਰੁਪਏ ਡੀਜ਼ਲ ਤੇ 100 ਰੁਪਏ ਨੂੰ ਲਾਗੇ ਬੰਨ ਪੈਟਰੋਲ ਪਹੁੰਚਣ ਵਾਲਾ। ਇਸੇ ਤਰ੍ਹਾਂ ਜਦੋਂ ਇਹ ਕਾਨੂੰਨ ਲਾਗੂ ਹੋ ਗਏ ਤੇ ਜਿਹੜਾ ਕਣਕ ਝੋਨਾ ਆ, ਚਾਹੇ ਕੋਈ ਵੀ ਚੀਜ਼ ਆ, ਉਹ ਜਦੋਂ ਕਾਰਪੋਰੇਟ ਘਰਾਣੇ ਦੇ ਹੱਕ 'ਚ ਆ ਗਈ ਤਾਂ ਉਹ ਵੀ ਬਹੁਤ ਮਹਿੰਗੀ ਹੋ ਜੂਗੀ ਜੀ। ਗੱਡੀਆਂ ਨੂੰ ਰੋਕ ਕੇ ਨਹੀਂ ਜੀ, ਗੱਡੀਆਂ ਨੇ ਮਗਰ ਨਾ ਸੀ ਭੱਜੇ ਆ। ਸਾਡਾ ਇਹ ਵੀ ਇੱਕ ਸ਼ਾਂਤਮਈ ਗਾੜੀ ਖਲੋ ਕੇ ਤੇ ਵਿਰੋਧ ਕਰਨਾ, ਪੀਸਫੁਲੀ ਵਿਰੋਧ ਕਰਨਾ ਹੀ। ਨਾ ਕੋਈ ਸਾਡਾ ਗੱਡੀ ਨਾ ਕੋਈ ਸਾਡਾ ਸਵੇਤ ਮਲਕ, ਨਾ ਕੋਈ ਸਾਡਾ ਨਿੱਜੀ ਨਹੀਂ ਹੈਗਾ। ਸਾਡਾ ਤਾਂ ਇੱਕ ਸਰਕਾਰ ਦੇ ਹੀ ਕਹਿੰਦੇ ਵੀ ਤੁਸੀਂ ਸਵੇਤ ਮਲਕ ਜੀ ਪੰਜਾਬ ਦੇ ਜੰਪਲ ਜੋ, ਪੰਜਾਬ ਦੇ ਨੁਮਾਇੰਦੇ, ਪੰਜਾਬ ਦਾ ਖਾਨ ਦੇ, ਪੰਜਾਬ ਦਾ ਪਹਿਣ, ਜੇ ਤੁਸੀਂ ਵੀ ਸਾਡੇ ਨਾਲ ਵਿਰੋਧ ਕਰੋ ਤੇ ਤਾਂ ਕਰਕੇ ਜਿਹੜੀ ਸਰਕਾਰ ਤੱਕ ਜਿਹੜੀ ਗੱਲ ਸਾਡੀ ਪਹੁੰਚ ਸਕੇ। ਠੀਕ ਹੈ ਜੀ। आपके साथ आए हुए सभी अतिथिगण, फोर्थ पिलर ऑफ द डेमोक्रेसी यानी मीडिया की तरफ से आए हुए सभी मेरे बुद्धिजीवी साथियों, मैं वेद प्रकाश, सीनियर सुपरिंटेंडेंट, पासपोर्ट ऑफिस अमृतसर की तरफ से आप सब लोगों को नमस्कार करता हूं, आप लोगों का हार्दिक अभिनंदन करता हूं। आज पासपोर्ट ऑफिस अमृतसर बहुत ही गर्व और खुशी महसूस कर रहा है कि हमारे एमपी साहब जिन्होंने अपना कीमती समय निकाल कर यहाँ पर आए, उसके लिए आपका बहुत बहुत धन्यवाद। जाहिर सी बात है कि उनका उद्देश्य यहाँ पर आने का आप लोगों को 10 मिनट में पता चल जाएगा। लोगों की भलाई के लिए जो कुछ भी वो सुझाव हमसे देंगे, जो कुछ गाइडलाइंस देंगे, वो हम स्वीकार करेंगे। आप लोग सभी बधाई के पात्र हो कि आप लोगों को भी मौका मिला है हमारे एमपी साहब से रूबरू होने का। आपकी जो ये शख्सियत है, आपकी जो ये डायनेमिक पर्सनैलिटी है, आपकी जो एजुकेशन जो आपने जापान से ली, आपने थापर यूनिवर्सिटी से ली, आपका जो बरसों का एक्सपीरियंस जो आपने पॉलिटिकल फील्ड से लिया, मुझे नहीं लगता कि आपको किसी नाम और किसी प्रशंसा की ज़रूरत है, लेकिन फिर भी मेरी ये गुजारिश ਕਿ ਉਹਨੇ ਇੱਕ ਜੰਗ ਜਿੱਤ ਲਈ। ਅੱਜ ਪਾਸਪੋਰਟ ਦੀ ਪ੍ਰਕਿਰਿਆ ਇਹ ਦੇਖਦੇ ਹੋਏ ਪ੍ਰਧਾਨ ਮੰਤਰੀ ਮੋਦੀ ਜੀ ਔਰ ਵਿਦੇਸ਼ ਮੰਤਰੀ ਜੈ ਸ਼ੰਕਰ ਜੀ ਨੇ ਇੰਨੀ ਆਸਾਨ ਕਰ ਦਿੱਤੀ ਹੈ। ਮੇਰੇ ਨਾਲ ਬਲਰਾਜ ਜੀ ਵੀ ਬੈਠੇ ਨੇ ਔਰ APO ਇਹਨਾਂ ਦੇ ਨਾਲ ਉਹ ਵੀ ਬੈਠੇ ਨੇ। ਤੋ ਉਸ ਹਿਸਾਬ ਦੇ ਨਾਲ ਅਫਸਰ ਸਾਹਿਬਾਨ ਸਾਰੇ ਜਿਹੜੇ ਨੇ ਉਹਨਾਂ ਨੂੰ ਡਾਇਰੈਕਸ਼ਨ ਦਿੱਤੀ ਕਿ ਪਾਸਪੋਰਟ ਦੀ ਪ੍ਰਕਿਰਿਆ ਨੂੰ ਸਰਲ ਬਣਾਉਣਾ ਹੈ। ਔਰ ਪਾਸਪੋਰਟ ਜਿਹੜਾ ਹੈ ਉਹ ਅੱਜ ਦੀ ਡੇਟ ਵਿੱਚ ਮੈਨੂੰ ਬੜੀ ਖੁਸ਼ੀ ਹੈ ਕਿ ਇੱਕ ਤਾਂ ਪਾਸਪੋਰਟ ਦੇ ਕੇਂਦਰ ਬੜੇ ਵਧਾ ਦਿੱਤੇ। ਜਿਹੜੇ ਕਿ ਪਾਸਪੋਰਟ ਦਾ ਕੇਂਦਰ ਤੁਹਾਨੂੰ ਯਾਦ ਹੋਏਗਾ ਕੇਵਲ ਜਲੰਧਰ ਹੋਇਆ ਕਰਦਾ ਸੀ, ਜਲੰਧਰ ਤੋਂ ਪਹਿਲੇ ਵੀ ਕੇਵਲ ਚੰਡੀਗੜ੍ਹ ਹੋਇਆ ਕਰਦਾ ਸੀ।
ਅੱਜ ਪਾਸਪੋਰਟ ਦੇ ਹਜ਼ਾਰਾਂ ਕੇਂਦਰ ਜਿਹੜੇ ਨੇ ਉਹ ਖੁੱਲ੍ਹ ਚੁੱਕੇ ਨੇ, ਜਿੱਥੇ ਤੁਸੀਂ ਪਾਸਪੋਰਟ ਅਪਲਾਈ ਕਰ ਸਕਦੇ ਹੋ ਔਰ ਪਾਸਪੋਰਟ ਤੁਹਾਨੂੰ ਮਿਲ ਜਾਏਗਾ। ਔਰ ਕੁਝ ਦਿਨਾਂ ਦੇ ਵਿੱਚ ਹੀ, ਹਫਤੇ ਦੇ ਵਿੱਚ ਵੀ ਪਾਸਪੋਰਟ ਮਿਲ ਜਾਂਦਾ, 5 ਦਿਨ ਦੇ ਵਿੱਚ ਵੀ ਪਾਸਪੋਰਟ ਮਿਲ ਜਾਂਦਾ। ਸੋ ਮੇਰੀ ਅੱਜ ਦੀ ਜੋ ਤੁਹਾਡੇ ਨਾਲ ਇਹ ਫੇਰੀ ਹੈ ਉਹ ਇਹ ਹੈ ਕਿ ਕਥਰੀ ਤੇ ਕਰਨੀ ਕਿ ਜੋ ਬੀਜੇਪੀ ਹੈ ਕਿ ਉਹ ਬੀਜੇਪੀ ਦਾ ਇੱਕੋ ਹੀ ਸਿਧਾਂਤ ਹੈ, ਬੀਜੇਪੀ ਦੇ ਪ੍ਰਧਾਨ ਮੰਤਰੀ ਦਾ ਇੱਕੋ ਸਿਧਾਂਤ ਹੈ ਕਿ ਅਸੀਂ ਭ੍ਰਿਸ਼ਟਾਚਾਰ ਨੂੰ ਇਸ ਦੇਸ਼ 'ਚੋਂ ਖਤਮ ਕਰਨਾ ਹੈ। ਸੋ ਉਹਦੇ ਸਿਲਸਿਲੇ ਦੇ ਵਿੱਚ ਮੈਂ ਤੁਹਾਨੂੰ ਤੱਥਿਆਂ ਦੇ ਨਾਲ ਗੱਲ ਕਰਾਂਗਾ। ਇਹ ਗੱਲ ਕੇਵਲ ਭਾਸ਼ਣ ਦੀ ਨਹੀਂ ਮੈਂ ਕੀਤੀ, ਤੱਥ ਤੁਹਾਨੂੰ ਰਿਟਨ ਰੂਪ ਵਿੱਚ ਅਸੀਂ ਪਹੁੰਚਾ ਦਿਆਂਗੇ ਸਾਰੇ। ਕਿ ਪਹਿਲੇ ਕੀ ਸੀਗਾ ਕਿ ਪਾਸਪੋਰਟ ਜਿਹੜਾ ਹੈ ਨਾ, ਹੁਣ ਤੁਸੀਂ ਕਿਤੇ ਵੀ ਆਵੇਦਨ ਕਰ ਸਕਦੇ ਹੋ। ਪਹਿਲੇ ਜਸਟ ਮਿੰਟ, ਹੁਣ ਤਤਕਾਲ ਯੋਜਨਾ ਵਿੱਚ ਜਿਹੜਾ ਪਾਸਪੋਰਟ ਤੁਹਾਨੂੰ ਤੁਰੰਤ ਮਿਲ ਜਾਂਦਾ ਹੈ, ਉਹਦੇ ਵਿੱਚ ਕੇਵਲ 2 ਜਾਂ 3 ਦਾ ਸਮੇਂ ਲੱਗਦਾ ਦਿਨ ਦਾ। ਪੈਨ ਕਾਰਡ, ਵੋਟਰ ਕਾਰਡ, सार्वजनिक क्षेत्र के उपक्रमों, स्थानीय निकायों, सार्वजनिक कंपनी द्वारा फोटोयुक्त सरकारी पहचान पत्र, अनुसूचित जाति, जनजाति, अन्य पिछड़ा वर्ग का प्रमाण पत्र, हथियारी लाइसेंस, पेंशन दस्तावेज स्वयं रद्द ना किया हो, कोई भी तुसी डॉक्यूमेंट देंदे हैगे हो तो तुहानूं पासपोर्ट मिल जाता है। दूसरा ये पॉइंट है कि जिथे साडे अमृतसर जी 2 पासपोर्ट केंद्र ने, एक है रंजीत एवन्यू है, एक माल रोड ते है, 484 डाकखानिਆਂ ਦੇ ਵਿੱਚ ਪਾਸਪੋਰਟ ਦੀ ਸੁਵਿਧਾ ਜਿਹੜੀ ਹੈ ਸ਼ੁਰੂ ਕਰਤੀ ਹੈ। ਤੁਸੀਂ ਉੱਥੇ ਪਾਸਪੋਰਟ ਆਪਣਾ ਅਪਲਾਈ ਕਰ ਸਕਦੇ ਹੋ ਔਰ ਉਹ 484 ਦੇ ਵਿੱਚ ਜਿਹੜਾ ਅੰਮ੍ਰਿਤਸਰ ਵਿਭਾਗ ਦਾ ਡਾਕਖਾਨਾ ਆਉਂਦਾ ਹੈ, ਉਹ ਡਾਕਖਾਨਾ ਜਿਹੜਾ ਹੈ ਉਹ ਫਿਰੋਜ਼ਪੁਰ ਦੇ ਵਿੱਚ ਹੈ। ਸੋ ਇਸ ਹਿਸਾਬ ਦੇ ਨਾਲ ਇਸ ਪ੍ਰਕਿਰਿਆ ਦਾ ਸਰਲੀਕਰਨ ਕੀਤਾ ਜਾ ਸਕਦਾ ਹੈ। ਅੱਛਾ, ਪਾਸਪੋਰਟ ਬਣਾਉਣ ਦੇ ਲਈ ਇੱਕ ਬੜੀ ਵੱਡੀ ਰੈਵੋਲੂਸ਼ਨ ਦਿੱਤੀ ਗਈ ਹੈ कि पहले हुंदा सी कि अमृतसर जे पासपोर्ट बनाना है तो जलंधर के कार्यालय जी अपलाई करोगे। हुण किते भी तुसी आवेदन कर सकते हो, मतलब तुसी भावें बंगलौर बैठे हुए हो, तुसी भावें कलकत्ते बैठे हुए हो, तुसी भावें अहमदाबाद बैठे हुए हो, तुसी भावें दिल्ली बैठे हुए हो, तुसी पासपोर्ट बनवाना है तो किसी भी पासपोर्ट केंद्र दे विच तुसी अपना जिहड़ा हैगा वो आवेदन जिहड़ा वो कर सकते हो। मैरिज दे विच एक बड़ा वड्डा जिहड़ा प्लस पॉइंट है कीता, समझण वाली गल है जी। पहले की सी कि एक कपल जिहदा डिवोर्स का केस चल जाता सीगा, उहनूं पासपोर्ट नहीं सी मिलता, उहनूं ये कहा जाता सी कि जो तुहाडा डिवोर्स का केस खत्म होएगा, जिस वेले डिवोर्स जिहड़ा है तुहाडा ऑन लिस्ट हो जाएगा, उस वेले पासपोर्ट मिलेगा। हुण पासपोर्ट एक इन्ना जरूरी डॉकूमेंट है कि जिहड़ा किसी नूं किसी वेले भी जरूरत पै सकती है। सो गवर्नमेंट ने इसदा सरलीकरण करता। हुण ऐसा कुछ नहीं है। हुण जे तुसीं ये लिख के दे दिओ कि असीं सैपरेटिड हाँ, साडा डिवोर्स केस जिहड़ा कोर्ट दे विच चल रहा है, तो सैपरेटिड होण दे एफीडेविट ते एक पेज दे उत्ते कि असीं वी आर लिविंग सैपरेटिड फ्रॉम ईच अदर एंड आवर डिवोर्स केस इज पेंडिंग इन द कोर्ट, यू विल गेट द पासपोर्ट। ये मैं भी कई बार देखा कि मेरे को कपल आ जाते सी हसबैंड वाइफ का, क्योंकि उसले डिवोर्स केस चल रहा होंदा है, आपसी कट्टता होंदी है, हसबैंड वाइफ का पासपोर्ट रोक लैंदा सी, वाइफ हसबैंड का पासपोर्ट रोक लैंदी सी और उन्होंने फ्यूचर के उत्ते एक प्रश्न चिन्ह लग जाता सी। सो ये सुविधा जिहड़ी है गवर्नमेंट ने बड़ी वड्डी सुविधा जिहड़ी है दी है। इस तो बाद सरकारी कर्मचारियों नूं गवर्नमेंट के NOC की लोड़ हुंदी सी, पासपोर्ट बनाने लई महीने लग जाते सी, सरकार का NOC नहीं सी मिलता। सो हुण उहदे लई एनैक्सचर H है, एक इमीडिएटली मिल जाता है एनैक्सचर H। तो उहदे नाल एनैक्सचर H दिओ तो सरकारी कर्मचारी 4 दिन दे विच अपना पासपोर्ट जिहड़ा है वो बनवा सकते हैं। एक जिहड़ा सीगा कि एमरजेंसी सर्टिफिकेट, किसी वेले हुंदा की है साडा पासपोर्ट गुम हो जाता है, पासपोर्ट असीं विदेश विच बैठे हाँ, पासपोर्ट गुम हो गया, हुण वापस किस तरह आना है, उहदे लई एमरजेंसी सर्टिफिकेट जिहड़ा एक इशू हुंदा सी। पहले एमरजेंसी सर्टिफिकेट की जिहड़ी वैधता सी जिहड़ी वो 3 महीने सी, साडी सरकार ने उस एमरजेंसी सर्टिफिकेट की वैधता जिहड़ी है वो 6 महीने कर दे विच महीनों लग जांदे सी कि जदों तुसीं जांदे सी कि अपना पासपोर्ट मैनूं चाहीदा है तो वो कहंदे सी जी पुलिस इनकुआरी नहीं आई, तुसीं पुलिस वाले कोल जांदे सी, उत्थे जाके सिफारिशां पाउणीआं पैंदियां सी कि साडा जिहड़ा हैगा ये सर्टिफिकेट जिहड़ा है वो दे दिओ। हुण ऑनलाइन प्रोसैस हो गया पुलिस इनकुआरी का भी कि तुसी तत्काल भी अदरवाइज भी
ऑनलाइन ही तुहाडी पुलिस इंक्वायरी हो जाती है, डिटेल जिहड़ी है बाद विच हुंदी रहिंदी है। और डिजिटल लॉकर अजकल गवर्नमेंट ने तुहानूं पता है कि हर नागरिक नूं ये सुविधा दे दी है कि तुसीं जिन्ने अपने एक तो लॉकर हुंदा ना जिहड़ा असीं बैंक 'च लॉकर लैंदे आ जी, एक लॉकर है जिहड़ा मोबाइल का लॉकर है, ਉਹਨੂੰ ਅਸੀਂ डिजिटल लॉकर कहने हैं। ਉਹ मोबाइल ਦੇ ਵਿੱਚ ਹੀ ਤੁਹਾਡਾ बैंक अकाउंट, ਤੁਹਾਡਾ पासपोर्ट नंबर, ਤੁਹਾਡਾ ड्राइविंग लाइसेंस, ਤੁਹਾਡੇ पर्टिकुलर्स, ਤੁਹਾਡਾ बर्थ सर्टिफिकेट, ये सारी चीज़ां ਜਿਹੜੀਆਂ ਹੈਗੀਆਂ ਨੇ ਉਹਦੇ ਵਿੱਚ लागू हो ਜਾਂਦੀਆਂ ਨੇ। सो ਉਹ ਵੀ ਸਰਲੀਕਰਨ ਕਰਤਾ ਗਿਆ ਕਿ ਜਿਨ੍ਹਾਂ ਕੋਲ डिजिटल लॉकर ਹੈਗਾ ਉਹ ਸਾਰੀ ਜਿਹੜੀ ਜਾਣਕਾਰੀ ਹੈ पासपोर्ट ऑफिसर डिजिटल लॉकर ਤੋਂ ਉਹ ਜਾਣਕਾਰੀ ਲੈ ਲਏਗਾ। और एक होर बड़ी वड्डी अड़चन आती सी पासपोर्ट की जन्म सर्टिफिकेट। सो जन्म सर्टिफिकेट जिहड़ा सीगा वो कई तरह के मतलब उहदे लई इक्को डॉकूमेंट सीगा तुहाडा मैट्रिक का सर्टिफिकेट। हुण किसी का मैट्रिक का सर्टिफिकेट जिहड़ा नहीं बनिया या मैट्रिक उन्हें नहीं की तो उन्होंने कई तरह के सर्टिफिकेट देने पैंदे सी अपना जन्म सर्टिफिकेट घोषित करने लई। सो वो प्रक्रिया के विच लगभग 15 ऐसे डॉकूमेंट करते हैं सरकार ने ਜਿਹੜੇ कि जन्म सर्टिफिकेट के बदले दिते जा सकते हैं कि तुसीं बाध्य नहीं है कि जन्म सर्टिफिकेट दिओ। वो 15 डॉकूमेंटा जो कोई भी डॉकूमेंट तुसीं दे देंदे हो तुहाडा जन्म का सर्टिफिकेट ही मनिया जाएगा। तो मेरे कहने का मकसद, मेरे कहने का मंतव ये है कि ये सरकार लोकां दी सरकार है, ये सरकार गरीब दी सरकार है। मोदी सरकार आम आदमी की सरकार है। मोदी सरकार भ्रष्टाचार ते नकेल पाने वाली सरकार है। और वही कारण है कि अज दोबारा बहुमत के नाल अगे नालों वड्डी गिनती के नाल मोदी साहब की सरकार नूं लोगों ने चुनिया है। और अज ये सरकार सफलता के नाल चल रही है। और अज भी कई तरह के उपराले किए गए हैं जिहदे ट्रिपल तलाक का तुसीं देखिया बड़ा महत्वपूर्ण कानून लिआंदा गया जिहड़ा असीं वादा कीता सी अपने मैनीफेस्टो। असीं वादे कांग्रेस की तरह केवल सत्ता लैण लई नहीं करते, असीं वादे पूरे करने लई करने हैं, वचन करने हैं। इस तरह जिहड़ा असीं वादा कीता अपना 370-35A दा कि कश्मीर नूं असीं भारत का अभिन्न अंग जिहड़ा है वो बना दिता है। और इस तरह राम मंदिर जिहड़ा कि लोग कहंदे सी कि तुसीं वादा करदे हो कदों बनेगा, अज राम मंदिर निर्माण का काम चल रहा है। सो ये वादियां नूं पूरा करने वाली सरकार है। और वो वादे जिहड़े अगे भी किए हुए हैं निरंतर हर सैशन कोई ना कोई 5, 7, 10, 15 बिल ऐसे आते हैं जिहड़े कि सरकार के वादे होंदे ने वो पूरे किए जाते हैं। ऐसा है कि पेट्रोल डीजल के रेट घटाने का वादा किसी मैनीफेस्टो च नहीं है। पेट्रोल डीजल तुम ध्यान नाल सुनो जी इस गल नूं मंगा जी, पेट्रोल डीजल के रेट ऑटोनोमस कंपनीज के हत्थ च ने। हिंदुस्तान पेट्रोलियम, इंडियन ऑयल या जिहड़ियां भी भारत पेट्रोलियम दी कंपनियां ने वो अपने रेट आप निर्धारित करदियां ने। गवर्नमेंट सिर्फ एक्साइज ड्यूटी जिहड़ी है ਉਹਦੇ ਵਿੱਚ ਭਾਈਵਾਲ ਹੈ। और ਉਹਦੇ ਵਿੱਚ भी साडी सरकार ने ये घोषणा की सीगी, ये बेनती की सी सारी स्टेटां नूं कि पेट्रोल के रेट घटे रहन। ਇਹਦੇ ਲਈ पेट्रोल और डीजल नूं GST ਦੇ ਵਿੱਚ ਲੈ ਆਂਦਾ ਜਾਏ ਜਿਹੜਾ कि मैनूं लगदा है कि जल्दी ही स्टेट सरकारां ये जो अरुण जेतली जी ने बेनती की सी इनू पेट्रोल डीजल जिहड़ा है उन्होंने GST च लैणगे। और जिस तरह तुसीं देखिया कि GST के आने तो बाद ना कोई नाका रह गया, ना कोई अवरोध रह गया, ना इंस्पैक्टरी राज रह गया, ना कोई आके तंग करता है। उस तरह पेट्रोल डीजल की भी प्राइसिस रेगुलराइज हो जाएगी। ऐसा है कि मैनीफेस्टो की मैं गल कर रहा जी, पेट्रोल डीजल आई एम टॉकिंग अबाउट जितों तक मेरी नॉलेज है पेट्रोल डीजल ते किसी सरकार ने कभी वादा नहीं किया। तुसीं मैनीफेस्टो मेरी गल दीपक जी एक सेकेंड, पेट्रोल डीजल दी प्राइसिस कांग्रेस राज भी वेरीएबल रही ने, साढ़े राज भी वेरीएबल रही हैं। जो पिछे पेट्रोल डीजल की प्राइसिस वधिया सीगियां ते पेट्रोल डीजल की प्राइसिस तुरंत घट के अद्धियां भी रह गई सी। और जिस तरह असी ऑटोनोमस बॉडीज़ दित्तियां हुई ने, प्राइवेट बॉडीज़ चलदियां ने, एक कंपनियां का विषय है। कंपनियां जिहड़ियां ने उस समय ते पेट्रोल डीजल वधा भी देंदियां ने, घटा भी देंदे हैं। दिस इज ए मोमेंटरली केस। राहुल गांधी तो मैं प्रश्न करांगा कि राहुल गांधी एफिडेविट देवे
ਰਾਹੁਲ ਤੁਹਾਡੇ ਮਾਧਿਅਮ ਦੇ ਨਾਲ ਰਾਹੁਲ ਗਾਂਧੀ ਐਫੀਡੇਵਿਟ ਦੇ ਕਿ ਕੀ ਕਾਂਗਰਸ ਦੇ 70 ਸਾਲ ਦੇ ਕੁਸ਼ਾਸਨ ਦੇ ਵਿੱਚ ਪੈਟਰੋਲ ਡੀਜ਼ਲ ਦਾ ਇੱਕ ਰੇਟ ਰਿਹਾ ਸੀ ਕਿ ਰੇਟ ਨਹੀਂ ਸੀ ਵਧਿਆ? ਜੇ ਰਾਹੁਲ ਗਾਂਧੀ ਦੇ ਟਾਈਮ ਰੇਟ ਨਹੀਂ ਸੀ ਵਧਿਆ, ਜੋ ਐਫੀਡੇਵਿਟ ਦਿੰਦਾ ਤਾਂ ਮੈਂ ਜ਼ਰੂਰ ਜਵਾਬ ਦਿਆਂ। ਸਰ ਜਿਹੜੇ ਸਰ ਕੰਪਨੀ ਦੇ ਹੱਥ ਨੇ, ਪ੍ਰਾਈਵੇਟ ਕੰਪਨੀ ਤੁਸੀਂ ਕਹਿ ਰਹੇ ਹੋ ਇਸ ਕਰਕੇ ਸਾਡਾ ਕੰਟਰੋਲ ਨਹੀਂ ਹੈ ਪੈਟਰੋਲ ਦੇ ਉੱਤੇ। ਜੀ ਜੀ। ਤੇ ਕੱਲ ਨੂੰ ਜਿਹੜੇ ਕ੍ਰਿਸ਼ੀ ਕਾਨੂੰਨ ਬਣਦੇ ਜੋ ਪ੍ਰਾਈਵੇਟ ਕੰਪਨੀ ਉਹਦੇ ਵਿੱਚ ਐਂਟਰ ਕਰ ਜਾਂਦੀਆਂ ਕੀ ਨਹੀਂ, ਇਹ ਇੱਕ ਅਲੱਗ ਸੈਕਟਰ ਹੈ ਜੀ। ਨਾ ਇਹ ਕੁਐਸਚਨਾਂ ਦਾ ਕੋਈ ਆਪਸ ਵਿੱਚ ਮੇਲ ਨਹੀਂ ਹੈਗਾ, ਕਿਉਂਕਿ ਕ੍ਰਿਸ਼ੀ ਕਾਨੂੰਨਾਂ ਵਿੱਚ ਕਿਸਾਨ ਨੂੰ ਇੰਡੀਪੈਂਡੈਂਟ ਕੀਤਾ ਗਿਆ ਹੈ, ਕਿਸਾਨ ਨੂੰ ਅਧਿਕ ਤਾਕਤ ਦਿੱਤੀ ਗਈ ਹੈ। ਉੱਥੇ ਅਸੀਂ ਪੁਰਾਣੇ ਸਿਸਟਮ ਨੂੰ ਖਤਮ ਨਹੀਂ ਕੀਤਾ ਜੀ, ਉੱਥੇ ਨਵਾਂ ਸਿਸਟਮ ਦਿੱਤਾ ਹੈ। ਕਿਸਾਨ ਦੀ ਆਪਸ਼ਨ ਹੈ, ਜੋ ਆੜਤੀ ਕੋਲ ਜਾਣਾ ਚਾਹੁੰਦਾ ਹੈ ਉਹ ਆੜਤੀ ਕੋਲ ਜਾਏ, ਜੋ ਆੜਤੀ ਕੋਲ ਨਹੀਂ ਜਾਣਾ ਚਾਹੁੰਦਾ ਤੇ ਨਾ ਜਾਏ। ਉਹ ਆਈ ਟੈਲ ਯੂ ਜਸਟ ਅ ਮਿੰਟ ਜੀ, ਆਈ ਟੈਲ ਯੂ that is just an amendment, that is not a new act, that is the amendment to the old act ਕਿ ਅਸੀਂ ਉਹਦੇ ਵਿੱਚ ਔਰ ਉਹੀ 2017 ਦਾ ਜਿਹੜਾ ਮੈਨੀਫੈਸਟੋ ਕਾਂਗਰਸ ਦਾ ਸੀ ਉਹਦੇ ਵਿੱਚ ਅਮਰਿੰਦਰ ਸਿੰਘ ਜੀ ਤੋਂ ਮੈਂ ਕੁਐਸਚਨ ਕਰਾਂਗਾ। ਕ੍ਰਿਸ਼ੀ ਕਾਨੂੰਨਾਂ ਦੀ ਵਕਾਲਤ ਕੀਤੀ ਗਈ ਸੀ ਮੈਨੀਫੈਸਟੋ ਦੇ ਵਿੱਚ। 2019 ਜਦੋਂ ਕੈਪਟਨ ਅਮਰਿੰਦਰ ਸਿੰਘ ਜੀ ਦਾ ਮੈਨੀਫੈਸਟੋ ਆਇਆ ਲੋਕ ਸਭਾ ਦੇ ਵਿੱਚ, ਉਹਦੇ ਵਿੱਚ ਕ੍ਰਿਸ਼ੀ ਕਾਨੂੰਨਾਂ ਦੀ ਵਕਾਲਤ ਕੀਤੀ ਗਈ। ਸ਼ਰਦ ਪਵਾਰ ਜਿਹੜੇ ਕਾਂਗਰਸ ਦੇ ਕ੍ਰਿਸ਼ੀ ਮੰਤਰੀ ਸੀ, ਪਾਰਲੀਮੈਂਟ ਹੀ ਨਹੀਂ ਬੋਲ ਸਕੇ। ਜਦੋਂ ਸਾਡੇ ਵੱਲੋਂ ਸਾਡੇ ਪਕਸ਼ ਤੋਂ ਇਹ ਪ੍ਰਸ਼ਨ ਜੋ ਮੈਂ ਤੁਹਾਨੂੰ ਦੱਸ ਰਿਹਾ ਵਾ, ਇਹ ਮੇਰੀ ਪ੍ਰੈਜ਼ੈਂਸ ਦੇ ਵਿੱਚ ਇਸ ਸੈਸ਼ਨ ਵਿੱਚ ਪਾਰਲੀਮੈਂਟ ਵਿੱਚ ਪ੍ਰਸ਼ਨ ਕੀਤੇ ਜਿਸ ਵੇਲੇ ਕਿ ਕੀ ਉਸ ਵੇਲੇ ਕ੍ਰਿਸ਼ੀ ਮੰਤਰੀ ਔਰ ਪ੍ਰਧਾਨ ਮੰਤਰੀ ਜੀ ਨੇ ਕੀਤੇ ਕਿ ਜਿਹੜਾ ਸ਼ਰਦ ਪਵਾਰ ਜੀ ਵੀ ਸੀਗੇ। ਔਰ ਸਭ ਤੋਂ ਵੱਡਾ ਪ੍ਰਸ਼ਨ ਤੇ ਪ੍ਰਧਾਨ ਮੰਤਰੀ ਜੀ ਨੇ ਆਦਰਨੀय ਕਹਿ ਕੇ ਮਨਮੋਹਨ ਸਿੰਘ ਜੀ ਤੇ ਕੀਤਾ। ਮਨਮੋਹਨ ਸਿੰਘ ਜੀ ਉਸ ਦਿਨ ਹਾਊਸ ਵਿੱਚ ਪ੍ਰੈਜ਼ੈਂਟ ਸੀਗੇ। ਆਨਰੇਬਲ ਮੇਰੇ ਪ੍ਰੈਸ ਦੇ ਦੋਸਤੋ, ਮੇਰੇ ਨਾਲ ਸੁਰੇਸ਼ ਮਹਾਜਨ ਜੀ ਜਿਹੜੇ ਪ੍ਰੈਜ਼ੀਡੈਂਟ ਨੇ ਬੀਜੇਪੀ ਦੇ, ਉਹ ਉਪਸਥਿਤ ਨੇ। ਉਹਨਾਂ ਦੇ ਨਾਲ ਸਾਡੇ ਪ੍ਰਦੇਸ਼ ਕਾਰਜਕਾਰਨੀ ਦੇ ਸਦस्य ਸ਼੍ਰੀ ਰਜਿੰਦਰ ਮਹਾਜਨ ਪੱਪੂ ਜੀ, ਸਾਡੇ ਸ਼ਹਿਰ ਦੇ ਵਾਈਸ ਪ੍ਰੈਜ਼ੀਡੈਂਟ ਡਾਕਟਰ ਹਰਵਿੰਦਰ ਸੰਧੂ ਜੀ, ਉਹਨਾਂ ਦੇ ਨਾਲ ਸਾਡੇ ਸਾਬਕਾ ਜੁਆਇੰਟ ਸੈਕਟਰੀ ਪੰਜਾਬ ਬੀਜੇਪੀ ਸਰਵਨ ਨਈਅਰ ਜੀ, ਸਾਡੇ ਯੁਵਾ ਮੋਰਚਾ ਅੰਮ੍ਰਿਤਸਰ ਦੇ ਅਧਿਅਕਸ਼ ਜਿਹੜੇ ਨੇ ਉਹ ਗੌਤਮ ਅਰੋੜਾ ਜੀ, ਸਾਡੇ ਇਸ ਮੰਡਲ ਦੇ ਅਧਿਅਕਸ਼ ਮੋਨੂ ਮਹਾਜਨ ਜੀ ਔਰ ਆਸ਼ੀਸ਼ ਜੀ, ਕਪਿਲ ਜੀ ਸਾਡੇ ਜਿਹੜੇ ਮੰਡਲ ਦੇ ਅਧਿਅਕਸ਼ ਔਰ ਪੂਰਵ ਪ੍ਰਦੇਸ਼ ਕਾਰਜਕਾਰਨੀ ਸਦस्य ਨੇ, ਉਹ ਵੀ ਉਪਸਥਿਤ ਨੇ। ਸੋ ਪ੍ਰੈਸ ਦੇ ਬੰਧੂਆਂ ਦਾ ਮੈਂ ਬਹੁਤ ਸਵਾਗਤ ਕਰਨਾ ਕਿ ਅੱਜ ਬੜੇ ਸ਼ਾਰਟ ਨੋਟਿਸ ਦੇ ਉੱਤੇ ਅੱਜ ਤੁਸੀਂ ਸਾਰੇ ਬੜੀ ਵੱਡੀ ਗਿਣਤੀ ਦੇ ਵਿੱਚ ਉਪਸਥਿਤ ਹੋਏ ਹੋ। ਮੈਂ ਹਮੇਸ਼ਾ ਤੁਹਾਡਾ ਆਭਾਰੀ ਹਾਂ ਕਿ ਤੁਸੀਂ ਮੇਰੀ ਪ੍ਰੈਸ ਕਾਨਫਰੰਸ ਦੇ ਵਿੱਚ ਹਮੇਸ਼ਾ ਆਉਂਦੇ ਹੋ। ਸੋ ਅੱਜ ਦੀ ਪ੍ਰੈਸ ਕਾਨਫਰੰਸ ਦਾ ਮਤਲਬ ਹੈ ਇੱਕ ਯੁਗ ਪੁਰਸ਼, ਇੱਕ ਤਪਸਵੀ, ਇੱਕ ਓਜਸਵੀ, ਯਸ਼ਸਵੀ, ਮੈਂ ਜਿੰਨੇ ਵਰਡ ਲਵਾਂ ਉਹ ਘੱਟ ਨੇ। ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਜਿਨ੍ਹਾਂ ਨੇ ਪਾਰਲੀਮੈਂਟ ਤੇ ਮੱਥਾ ਟੇਕਦੇ ਹੋਏ ਇਹ ਵਚਨ ਦਿੱਤਾ ਸੀਗਾ ਕਿ ਮੈਂ ਇਹ ਸੰਵਿਧਾਨ ਦਾ ਮੰਦਰ ਦੀ ਕਸਮ ਖਾ ਕੇ ਕਹਿਣਾ, ਨਾ ਭ੍ਰਿਸ਼ਟਾਚਾਰ ਕਰਾਂਗਾ, ਨਾ ਭ੍ਰਿਸ਼ਟਾਚਾਰ ਕਰਨ ਦਿਆਂਗਾ ਔਰ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਦਿਆਂਗਾ। ਨਰਿੰਦਰ ਮੋਦੀ ਜੀ ਨੇ ਔਰ ਉਹਨਾਂ ਦੀ ਸਰਕਾਰ ਨੇ ਬਹੁਤ ਐਸੇ, ਕਿਉਂਕਿ ਯੂਪੀਏ ਦਾ ਜਿਹੜਾ ਕਾਂਗਰਸ ਦਾ ਕੁਸ਼ਾਸਨ ਸੀ ਉਹ ਲੋਕਾਂ ਦਾ ਮਤ ਉਸ ਤੋਂ ਵਿਪਰੀਤ ਇਸ ਕਰਕੇ ਗਿਆ ਕਿ ਦਸ਼ਕਾਂ ਦੇ ਬਾਅਦ ਪੂਰਨ ਬਹੁਮਤ ਦੀ ਭਾਰਤੀ ਜਨਤਾ ਪਾਰਟੀ ਦੀ ਨਰਿੰਦਰ ਮੋਦੀ ਜੀ ਦੇ ਨੇਤਰਤਵ ਵਿੱਚ ਸਰਕਾਰ ਬਣੀ। ਉਹਦਾ ਕਾਰਨ ਕੀ ਸੀ ਕਿ ਇੰਨੇ ਘੁਟਾਲੇ ਹੋਏ, ਇੰਨਾ ਭ੍ਰਿਸ਼ਟਾਚਾਰ ਹੋਇਆ ਕਿ ਜਨਤਾ ਕਾਂਗਰਸ ਦੇ ਰਾਜ ਵਿੱਚ ਕਿ ਜਨਤਾ ਦੀ ਰੀੜ੍ਹ ਦੀ ਹੱਡੀ ਟੁੱਟ ਗਈ ਔਰ ਉਸ ਤੋਂ ਬਾਅਦ ਜਨਤਾ ਤਰਾਹੀ ਕਰ ਰਹੀ ਸੀਗੀ। 12 ਲੱਖ ਕਰੋੜ ਤੋਂ ਵੱਧ ਦੇ ਘੁਟਾਲੇ ਕਾਂਗਰਸ ਕੁਸ਼ਾਸਨ ਦੇ ਵਿੱਚ ਜਿਹੜੇ ਉਹ ਚੱਲਦੇ ਰਹੇ ਔਰ ਜਨਤਾ ਨੇ ਮਨ ਬਣਾ ਕੇ ਨਰਿੰਦਰ ਮੋਦੀ ਜੀ ਨੂੰ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਜਿਹੜਾ ਹੈ ਉਹ ਸਥਾਪਿਤ ਕੀਤਾ ਔਰ ਪੂਰਨ ਬਹੁਮਤ ਨਾਲ ਇਹ ਸਰਕਾਰ ਬਣੀ ਔਰ ਉਪਰਾਲੇ ਤੁਰੰਤ ਕੀਤੇ, ਕਿਉਂਕਿ ਮੋਦੀ ਜੀ ਕਥਨੀ ਤੇ ਕਰਨੀ ਦੇ ਇੱਕ ਨੇ। ਉਹਨਾਂ ਨੇ ਜੋ ਕਥਨੀ ਕੀਤੀ ਸੀਗੀ ਉਹੀ ਕਰਨੀ ਉਹਨਾਂ ਦੀ ਰਹੀ ਕਿ ਉਹਨਾਂ ਨੇ ਭ੍ਰਿਸ਼ਟਾਚਾਰ ਨੂੰ ਜੜੋਂ ਉਖਾੜਨ ਦੇ ਲਈ ਕਈ ਸਟੈਪ ਕੀਤੇ, ਜਿਹਦੇ ਸਭ ਤੋਂ ਪਹਿਲਾ ਸਟੈਪ ਸੀਗਾ ਜਨ ਧਨ ਯੋਜਨਾ। ਕਾਂਗਰਸ ਦੇ ਪੂਰਵ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਜੀ ਨੇ ਇਹ ਮੰਨਿਆ ਸੀ ਕਿ ਜੇ 1 ਰੁਪਇਆ ਅਸੀਂ ਭੇਜਨੇ ਆ ਤੇ 85 ਪੈਸੇ ਦਲਾਲ ਖਾ ਜਾਂਦੇ ਨੇ, ਪਰ ਉਹਨਾਂ ਵਿੱਚ
ਉਹ ਮਨੋਸ਼ਕਤੀ ਜਾਂ ਉਹ ਜਿਹਨੂੰ ਕਹਿ ਸਕਦੇ ਹਾਂ ਕੌਨਫੀਡੈਂਸ ਨਹੀਂ ਸੀ ਕਿ ਉਹਦਾ ਨਿਵਾਰਨ ਕਰ ਸਕਣ, ਉਹਨੂੰ ਖਾਤਮਾ ਕਰ ਸਕਣ। ਉਹ ਖਾਤਮਾ ਕਿਹਨੇ ਕੀਤਾ? ਉਹ ਖਾਤਮਾ ਕੀਤਾ ਨਰਿੰਦਰ ਮੋਦੀ ਜੀ ਨੇ। ਜਨ ਧਨ ਯੋਜਨਾ ਵਿੱਚ ਉਹਨਾਂ ਨੇ 32 ਕਰੋੜ ਖਾਤੇ ਜਿਹੜੇ ਨੇ ਉਹ ਆਮ ਆਦਮੀ ਦੇ ਖੋਲ੍ਹਤੇ। ਰਿਕਸ਼ੇ ਵਾਲੇ ਦਾ ਵੀ ਖਾਤਾ ਖੁੱਲ੍ਹਿਆ, ਰੇਹੜੀ ਵਾਲੇ ਦਾ ਵੀ ਖਾਤਾ ਖੁੱਲ੍ਹਿਆ, ਫੜੀ ਵਾਲੇ ਦਾ ਵੀ ਖਾਤਾ ਖੁੱਲ੍ਹਿਆ, ਔਰ ਲਗਭਗ 33 ਕਰੋੜ ਤੋਂ ਵੱਧ ਖਾਤੇ ਖੁੱਲ੍ਹੇ। ਹੁਣ ਕੋਈ ਦਲਾਲ 85 ਪੈਸੇ ਦਲਾਲੀ ਨਹੀਂ ਖਾਂਦਾ। ਸਾਰੇ ਪੈਸੇ ਜਿਹੜੇ ਨੇ ਉਹ ਜਿਹੜਾ ਪ੍ਰਾਰਥੀ ਹੈ, ਲਾਭ ਪ੍ਰਾਰਥੀ, ਉਹਦੇ ਅਕਾਊਂਟ ਹੀ ਜਾਂਦੇ ਨੇ। ਉਸ ਤੋਂ ਬਾਅਦ GST ਦਾ ਜਿਹੜਾ ਇੱਕ ਮਹੱਤਵਪੂਰਨ ਨਿਰਣੇ ਸੀ, ਜਿਹਦੇ ਵਿੱਚ ਸਵਰਗੀ ਅਰੁਣ ਜੇਤਲੀ ਜੀ ਦਾ ਵੀ ਬੜਾ ਵੱਡਾ ਹੱਥ ਸੀਗਾ ਕਿ GST ਨਾਲ ਸਾਰੇ ਭ੍ਰਿਸ਼ਟਾਚਾਰ ਦਾ ਨਿਵਾਰਨ ਕੀਤਾ, ਵਨ ਨੇਸ਼ਨ ਵਨ ਟੈਕਸ। ਉਸ ਤੋਂ ਬਾਅਦ ਭ੍ਰਿਸ਼ਟਾਚਾਰ ਦੇ ਉੱਤੇ ਚੋਟ ਕੀਤੀ, ਔਰ ਉਹ ਚੋਟ ਸੀਗੀ ਜਿਹੜੀ ਬੇਨਾਮੀ ਪ੍ਰਾਪਰਟੀ ਦੀ, ਕਿ ਲੋਕ ਆਪਣਾ ਕਾਲਾ ਧਨ ਬੇਨਾਮੀ ਪ੍ਰਾਪਰਟੀ ਦੇ ਵਿੱਚ ਲਾ ਦਿੰਦੇ ਸੀਗੇ। ਸੋ ਉਹ ਕਾਲਾ ਧਨ ਜਿਹੜਾ ਹੈ ਉਹਨੂੰ ਰੋਕਣ ਦੇ ਲਈ ਬੇਨਾਮੀ ਪ੍ਰਾਪਰਟੀ ਐਕਟ ਹੋਇਆ ਕਿ ਉਹਦੇ ਵਿੱਚ ਪ੍ਰੋਪਰ ਚੈਕਿੰਗ ਹੋਈ ਕਿ ਜੇ ਤੁਹਾਡੇ ਨਾਂ 'ਤੇ ਪ੍ਰਾਪਰਟੀ ਨਹੀਂ ਹੈ ਤਾਂ ਉਹਨੂੰ ਸਰਕਾਰ ਜਿਹੜੀ ਹੈ ਉਹ ਜ਼ਬਤ ਕਰ ਲਏਗੀ। ਨੋਟਬੰਦੀ ਵੀ ਇੱਕ ਉਪਰਾਲਾ ਸੀ ਜਿਹਦੇ ਨਾਲ ਭ੍ਰਿਸ਼ਟਾਚਾਰ 'ਤੇ ਨਕੇਲ ਆਈ। ਸੋ ਹਰ ਵਿਭਾਗ ਜਿਹੜਾ ਹੈ ਉਹਦੇ ਵਿੱਚ ਭ੍ਰਿਸ਼ਟਾਚਾਰ ਤੋਂ ਨਿਵਾਰਨ ਦੇ, ਭ੍ਰਿਸ਼ਟਾਚਾਰ ਤੋਂ ਬਚਾਅ ਦੇ, ਭ੍ਰਿਸ਼ਟਾਚਾਰ ਦੇ ਖਾਤਮੇ ਦੇ ਸਟੈਪ ਲਿੱਤੇ ਗਏ। ਸੋ ਇਸੇ ਤਰ੍ਹਾਂ ਇੱਕ ਪਾਸਪੋਰਟ ਕਾਰਿਆਲੇ ਹੈ ਕਿ ਪਾਸਪੋਰਟ ਦੇ ਮੈਂ ਦਿਨ ਤੁਹਾਨੂੰ ਯਾਦ ਕਰਾਵਾਂਗਾ ਕਿ ਉਹ ਦਿਨ ਐਸੇ ਪਾਸਪੋਰਟ ਦੇ ਹੁੰਦੇ ਸੀ, ਇੱਕ ਸਾਲ ਤੱਕ ਪਾਸਪੋਰਟ ਨਹੀਂ ਸੀ ਮਿਲਦਾ, ਔਰ ਲਗਾਤਾਰ ਪਾਸਪੋਰਟ ਦਿਵਾਉਣ ਦੇ ਦਲਾਲ ਹੁੰਦੇ ਸੀ ਜਿਨ੍ਹਾਂ ਨੇ ਦਫ਼ਤਰ ਖੋਲ੍ਹੇ ਹੁੰਦੇ ਸੀਗੇ ਕਿ ਜੇ ਪਾਸਪੋਰਟ ਲੈਣਾ ਹੈ ਜਲਦੀ ਤੇ ਸਾਨੂੰ ਇੰਨੇ ਪੈਸੇ ਰਿਸ਼ਵਤ ਦੇ ਦਿਓ, ਭ੍ਰਿਸ਼ਟਾਚਾਰ ਦੇ ਦਿਓ, ਤੇ ਫਿਰ ਅਸੀਂ ਪਾਸਪੋਰਟ ਜਿਹੜਾ ਤੁਹਾਨੂੰ ਦਿਆਂਗੇ, नहीं तो पासपोर्ट नहीं मिलेगा। आई रिपीट अगेन 49 करोड़ टू 1600 करोड़ रुपए आपने डेवलपमेंट अपने एज ए बिफोर दिस आप स्टेट एग्जीक्यूटिव मेंबर भी रहे, यूनियन रहे बीजेपी युवा मोर्चा इन द पीरियड ऑफ 1994 टू 1999। 2 टाइम्स फिर आप डिस्ट्रिक्ट वाइस प्रेसिडेंट रहे बीजेपी के 2002 से 2007। आपको सर